ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 24ਵੀਂ ਤੇ ਪਦ 5ਵਾਂ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਉੱਤੇ ਇੰਨਾ ਦਿਮਾਗ ਨਹੀਂ ਰੱਖਦਾ, ਇੰਨਾ ਸਿਆਣਾ ਨਹੀਂ ਹੈ, ਇੰਨਾ ਇਕਾਗਰਚੀਤ ਨਹੀਂ ਹੈ ਜਿਹੜਾ ਪ੍ਰਭੂ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀ ਗੁਰੂ ਜੀ ਮਿਹਰ ਕਰਦੇ ਹਨ ਓਨਾ ਪ੍ਰਾਣੀ ਵਿਚਾਰ ਕਰ ਸਕਦਾ ਹੈ, ਓਨਾ ਹੀ ਬੋਲ ਸਕਦਾ ਹੈ ਤੇ ਓਨਾ ਹੀ ਸੁਣ ਸਕਦਾ ਹੈ। ਆਪਣੇ ਆਪ ਦੇ ਵਿੱਚ ਇਨਸਾਨ ਕੁਝ ਵੀ ਨਹੀਂ ਹੈ। ਜੋ ਵੀ ਉਹ ਕਰਦਾ ਹੈ ਉਹਦੀ ਕਿਰਪਾ ਨਾਲ ਹੀ ਕਰਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਲੁਕਾਈ ਦੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਸੁੱਖਾਂ ਦੀ ਮਣੀ, ਸੁੱਖਾਂ ਦਾ ਖਜ਼ਾਨਾ, ਵਿਚਾਰ, ਪ੍ਰੀਤਮ ਪਿਆਰੇ ਦਾ ਗੀਤ, ਸੱਚੇ ਪਾਤਸ਼ਾਹ ਦੀ ਮਹਿਮਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਮਿੱਠੇ ਤਰੀਕੇ ਨਾਲ ਆਪਣੇ ਪਿਆਰੇ ਸਿੱਖਾਂ ਲਈ ਕੀਤੀ ਹੈ। ਸੱਚੇ ਪਾਤਸ਼ਾਹ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ ਸੁਖਮਣੀ ਸਾਹਿਬ ਦੇ ਵਿੱਚ। ਪਹਿਲਾ ਵਿਸ਼ਾ ਹੈ ਅਕਾਲ ਪੁਰਖ ਦੀ ਅਰਾਧਨਾ, ਅਕਾਲ ਪੁਰਖ ਦਾ ਗੀਤ ਗਾਉਣਾ, ਪ੍ਰਭੂ ਦੀ ਉਸਤਤ। ਸੱਚੇ ਪਾਤਸ਼ਾਹ ਨੇ ਸੂਖਮ ਰੂਪ, ਵਿਰਾਟ ਰੂਪ, ਬਸਤਾਰ ਰੂਪ, ਅਨੇਕ ਬੇਅੰਤ ਰੂਪ, ਜਾਂ ਜਦੋਂ ਪ੍ਰੀਤਮ ਪਿਆਰੇ ਨੇ ਇਹ ਰਚਨਾ ਨਹੀਂ ਸੀ ਰਚਾਈ, ਉਹਦਾ ਇਕੱਲਾ ਰੂਪ ਬਾਖੂਬੀ ਦੇ ਨਾਲ ਵਰਣਨ ਕੀਤਾ ਹੈ। ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਪ੍ਰੀਤਮ ਪਿਆਰਾ ਸਦਾ ਪ੍ਰਸੰਨ ਹੈ, ਪੋਜ਼ਿਟਿਵ ਹੈ, ਮਹਾ ਆਨੰਦ ਦੇ ਵਿੱਚ ਹੈ, ਖੁਸ਼ੀ ਦੇ ਵਿੱਚ ਹੈ, ਪ੍ਰੇਰਦਾ ਹੈ, ਹਮੇਸ਼ਾ ਹੀ ਤਾਕਤ ਦਿੰਦਾ ਹੈ, ਐਨਰਜੀ ਦਾ ਜ਼ਰੀਆ ਹੈ, ਸ਼ਕਤੀ ਹੈ। ਕਦੇ ਵੀ ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਮਾਫੀ ਦਿੰਦਾ ਹੈ, ਬਖਸ਼ਣ ਯੋਗ ਹੈ। ਦੂਸਰਾ ਵਿਸ਼ਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਪ੍ਰਾਣੀਆਂ ਦਾ ਚੁਣਿਆ ਹੈ ਜਿਨ੍ਹਾਂ ਨੇ ਮਸ਼ੱਕਤ ਕਰਕੇ ਆਪਣੇ ਸਵਾਸ ਸਫਲ ਕੀਤੇ ਹਨ। ਹਰ ਸਵਾਸ, ਹਰ ਗਰਾਸ ਉਹਨੂੰ ਸਿਮਰਿਆ ਹੈ, ਫਿਰ ਉਹਦੀ ਅਨੁਕਿਰਪਾ ਨਾਲ, ਉਹਦੀ ਮਿਹਰ ਨਾਲ, ਉਹਦੀ ਗ੍ਰੇਸ ਨਾਲ ਉਹਨੂੰ ਪਾਇਆ ਹੈ। ਫਿਰ ਇੰਨਾ ਪਿਆਰ ਮਿਲਿਆ ਉਸ ਜਨ ਨੂੰ ਕਿ ਪ੍ਰਭੂ ਦਾ ਰੂਪ ਹੀ ਬਣ ਗਿਆ। ਅਲਾਹੀ ਖੁਮਾਰੀ ਪ੍ਰਾਪਤ ਹੋ ਗਈ। ਦੁਨੀਆ ਦੇ ਸਵਾਦ ਮੁੱਕ ਗਏ ਤੇ ਉਹ ਚੱਲਦਾ ਤੁਰਦਾ ਬ੍ਰਹਮ ਬਣ ਗਿਆ।
ਗੁਰੂ ਪਿਆਰਿਓ, ਉਹਨਾਂ ਜਨਾਂ, ਉਹਨਾਂ ਸੇਵਕਾਂ, ਉਹਨਾਂ ਗੁਰੂ ਦੇ ਪਿਆਰਿਆਂ ਦੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਚਰਨ ਧੂੜ ਪ੍ਰਾਪਤ ਕਰਨ ਦੇ ਲਈ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਦੇ ਚਰਨ ਧੋ ਧੋ ਕੇ ਪੀਣ ਦਾ ਇਰਾਦਾ ਜ਼ਾਹਰ ਕੀਤਾ ਹੈ। ਉਹ ਸੇਵਕ ਜਨ ਜਿਨ੍ਹਾਂ ਨੇ ਉਹਨੂੰ ਪਾ ਲਿਆ ਹੈ, ਉਹਨਾਂ ਦੀ ਸੰਗਤ ਮਹਾਨ ਹੈ। ਤੀਸਰਾ ਵਿਸ਼ਾ ਪਾਤਸ਼ਾਹ ਨੇ ਚੁਣਿਆ ਹੈ ਉਹਨਾਂ ਨਿੰਦਕਾਂ ਦਾ, ਉਹਨਾਂ ਸੰਤ ਦੋਖੀਆਂ ਦਾ, ਜਿਹੜੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਭਗਤਾਂ ਦੀ ਨਿੰਦਿਆ ਕਰਦੇ ਰਹੇ ਹਨ। ਹਮੇਸ਼ਾ ਹਰ ਯੁੱਗ ਦੇ ਵਿੱਚ ਉਹ ਪੈਦਾ ਹੋਏ ਹਨ। ਪ੍ਰਭੂ ਦੇ ਪਿਆਰਿਆਂ ਨੂੰ ਸਤਾਉਂਦੇ ਹਨ ਤੇ ਆਪਣੀ ਆਕੜ ਉਹਨਾਂ ਉੱਤੇ ਧੌਂਸਦੇ ਹਨ। ਉਹ ਹੰਕਾਰੀ ਲੋਕ ਧਰਤੀ ਉੱਤੇ ਭਾਰ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਨਾ ਹੋਏ ਕਿਹਾ ਹੈ। ਉਹਨਾਂ ਨੂੰ ਚੋਰ ਹਰਾਮ ਖੋਰ ਕਹਿ ਕੇ ਉਹਨਾਂ ਦੀ ਜਗ੍ਹਾ ਦਿਖਾਈ ਹੈ। ਉਹ ਕੂੜਿਆਰ ਹਨ, ਨਾ ਉਹ ਜਿਉਂਦੇ ਹਨ ਤੇ ਨਾ ਮਰਦੇ ਹਨ। ਸਵਾਸ ਨਾਲ ਚੱਲਦੀਆਂ ਲਾਸ਼ਾਂ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਉੱਤੇ ਵੀ ਮਿਹਰ ਕੀਤੀ ਹੈ। ਉਹਨਾਂ ਨਿੰਦਕਾਂ, ਉਹਨਾਂ ਪਾਪੀਆਂ, ਉਹਨਾਂ ਕੂੜਿਆਰਾਂ ਉੱਤੇ ਵੀ ਕਿਰਪਾ ਦਾ ਅੰਮ੍ਰਿਤ ਛਿੜਕਿਆ ਹੈ ਕਿ ਜਦੋਂ ਤੁਸੀਂ ਅੱਕ ਜਾਵੋ, ਜਦੋਂ ਤੁਸੀਂ ਥੱਕ ਜਾਵੋ, ਗੁਰੂ ਦੇ ਪਿਆਰਿਆਂ ਦੀ ਨੁਕਤਾਚੀਨੀ ਕਰ ਕਰਕੇ ਤੁਹਾਨੂੰ ਆਪਣਾ ਹੀ ਜੀਵਨ ਭਾਰ ਲੱਗਣ ਲੱਗ ਪਵੇ, ਤਾਂ ਪ੍ਰਭੂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਤੁਹਾਨੂੰ ਉਹਨਾਂ ਦਰਵਾਜ਼ਿਆਂ ਤੱਕ ਪਹੁੰਚਣ ਦੇ ਲਈ ਸਤ ਸੰਗ ਕਰਨਾ ਪਵੇਗਾ। ਉਹਨਾਂ ਦਾ ਜਿਨ੍ਹਾਂ ਨੇ ਪਾ ਲਿਆ, ਜਿਨ੍ਹਾਂ ਨੇ ਮਸ਼ੱਕਤ ਕਰਕੇ ਉਹਦੀ ਕਿਰਪਾ ਹਾਸਲ ਕਰ ਲਈ। ਜੇ ਉਹ ਗੁਰੂ ਦੇ ਪਿਆਰੇ ਚਾਹੁਣ, ਜੇ ਉਹਨਾਂ ਸੰਤ ਸੇਵਕਾਂ ਨੂੰ ਭਾ ਜਾਵੇ ਤਾਂ ਤੁਹਾਨੂੰ ਤਾਰ ਸਕਦੇ ਹਨ। ਤੁਸੀਂ ਮੁੜ ਕੇ ਮੋਕਸ਼ ਪ੍ਰਾਪਤ ਕਰਨ ਦੇ ਯੋਗ ਹੋ ਜਾਵੋਗੇ। ਉਹਨਾਂ ਗੁਰੂ ਦੇ ਪਿਆਰਿਆਂ ਦੀ ਇੱਕ ਨਜ਼ਰ ਤੁਹਾਡੇ ਉੱਤੇ ਪੈ ਗਈ, ਤੁਹਾਡਾ ਜੀਵਨ ਸੁਧਰ ਜਾਵੇਗਾ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਇਸ ਪਦ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਅਸਲੀ ਸੁੱਖ ਕਿਵੇਂ ਪ੍ਰਾਪਤ ਹੁੰਦਾ ਹੈ। ਬਾਣੀ ਸੁੱਖਾਂ ਦਾ ਸਾਗਰ ਹੈ। ਬਾਣੀ ਆਤਮਾ ਦੀ ਖੁਰਾਕ ਹੈ। ਰਸਨਾ, ਕੰਨ, ਮਨ ਪ੍ਰਭੂ ਦੀ ਅਮਾਨਤ ਹਨ। ਜਿੰਨਾ ਇਹਨਾਂ ਨੂੰ ਵਰਤਿਆ ਜਾਵੇ ਪ੍ਰਭੂ ਦੀ ਉਸਤਤ ਦੇ ਲਈ, ਓਨਾ ਹੀ ਥੋੜ੍ਹਾ ਹੈ। ਸੁਖਮਣੀ ਸਾਹਿਬ ਦੇ ਵਿੱਚ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24 ਅਸ਼ਟਪਦੀਆਂ ਹਨ।
ਇੱਕ ਅਸ਼ਟਪਦੀ ਦੇ 8 ਭਾਗ ਹਨ, ਜਿਨ੍ਹਾਂ ਦਾ ਨਾਂ ਪਾਤਸ਼ਾਹ ਨੇ ਪਦ ਰੱਖਿਆ ਹੈ। ਇੱਕ ਪਹਿਰ 3 ਘੜੀਆਂ ਦਾ ਬਣਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਘੜੀਆਂ ਨਹੀਂ ਹੁੰਦੀਆਂ ਸਨ। ਇਹ ਇਨਸਾਨ ਦਾ ਇੱਕ ਅੰਦਾਜ਼ਾ ਸੀ ਕਿ ਸਮੇਂ ਨੂੰ ਕਿਵੇਂ ਮਿਲਣਾ ਹੈ। ਤਾਰਿਆਂ ਦੀਆਂ ਦਿਸ਼ਾਵਾਂ ਨੂੰ ਦੇਖ ਕੇ ਸਮੇਂ ਨੂੰ ਮਿਣਿਆ ਜਾਂਦਾ ਸੀ। ਦਿਨ ਨੂੰ ਮਾਪ ਲਿਆ ਜਾਂਦਾ ਸੀ। ਦੁਪਹਿਰਾ ਹੈ, ਸਵੇਰਾ ਹੈ, ਲੌਡਾ ਵੇਲਾ ਹੈ, ਸ਼ਾਮਾਂ ਹਨ। ਸਾਰੇ ਸਮਿਆਂ ਦੇ ਨਾਮ ਰੱਖੇ ਹੋਏ ਸਨ। ਵੱਡਾ ਤੜਕਾ, ਛੋਟਾ ਤੜਕਾ, ਪੌ ਫਟਾਲਾ, ਸਾਰੇ ਦੇ ਸਾਰੇ 8 ਪਹਿਰਾਂ ਦੇ ਨਾਂ ਰੱਖੇ ਹੋਏ ਸਨ। ਉਦੋਂ ਪ੍ਰਾਣੀ ਨੇ ਘੜੀਆਂ ਨੂੰ ਆਜ਼ਾਦ ਨਹੀਂ ਸੀ ਕੀਤਾ। ਅੰਦਾਜ਼ਾ ਸੀ ਜਿਉਂ-ਜਿਉਂ ਵਿਗਿਆਨ ਨੇ ਤਰੱਕੀ ਕੀਤੀ ਹੈ, ਸਮੇਂ ਨੂੰ ਮਾਪਣਾ ਸੌਖਾ ਹੋ ਗਿਆ, ਕਿਉਂਕਿ ਪ੍ਰਾਣੀ ਸਮੇਂ ਦੇ ਵਿੱਚ ਬੱਝਾ ਹੋਇਆ ਹੈ। ਸਮਾਂ ਉਹਦੀ ਲੋੜ ਹੈ, ਕਿਉਂਕਿ ਉਹ ਚੱਲਣਹਾਰ ਹੈ, ਮੁੱਕਣ ਵਾਲਾ ਹੈ। ਸਮਾਂ ਵੀ ਮੁੱਕ ਜਾਂਦਾ ਹੈ, ਪ੍ਰਾਣੀ ਵੀ ਮੁੱਕ ਜਾਂਦਾ ਹੈ। ਮੁੱਕਣ ਤੇ ਚੱਲਣ ਵਾਲੇ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆ ਮੁੱਕ ਤੇ ਆ ਚੱਲ ਨਾਲ ਸਮੇਲਿਆ ਹੈ। ਹਮੇਸ਼ਾ ਹੀ ਛੋਟਾ ਵੱਡੇ ਅੱਗੇ ਫਰਿਆਦ ਕਰਦਾ ਹੈ। ਪ੍ਰਾਣੀ ਛੋਟਾ ਹੈ, ਪ੍ਰਭੂ ਵੱਡਾ ਹੈ। ਪ੍ਰਾਣੀ ਨੂੰ 24 ਘੰਟਿਆਂ ਦੇ ਵਿੱਚ 24,000 ਸਵਾਸ ਆਉਂਦੇ ਹਨ। 1 ਘੰਟੇ ਦੇ ਵਿੱਚ ਤਕਰੀਬਨ 1,000 ਸਵਾਸ। ਸੱਚੇ ਪਾਤਸ਼ਾਹ ਨੇ 24,000 ਅੱਖਰ, 24,000 ਸਵਾਸ। ਅੱਖਰ ਅਮਰ ਹਨ। ਪ੍ਰਭੂ ਦੇ ਨਾਮ ਤੋਂ ਬਿਨਾਂ ਸਵਾਸ ਅਧੂਰੇ ਹਨ। ਪਾਤਸ਼ਾਹ ਨੇ ਅਧੂਰਿਆਂ ਨੂੰ ਪੂਰੇ ਕਰਨ ਦੀ ਵਿਧੀ ਸਮਝਾਈ ਹੈ। ਜੇ ਪ੍ਰਾਣੀ ਆਪਣੀ ਰੋਜ਼ਾਨਾ ਜ਼ਿੰਦਗੀ ਦੀ ਰੁਟੀਨ ਨੂੰ ਬਦਲ ਲਵੇ, ਸਿਰਫ ਤੇ ਸਿਰਫ ਆਪਣੇ ਸਵਾਸਾਂ ਨੂੰ ਮਾਲਾ ਦੀ ਥਾਂ ਦੇ ਦੇਵੇ, ਜਿਵੇਂ ਮਾਲਾ ਦੇ ਮਣਕੇ ਨੂੰ ਕੋਈ ਜਪਦਾ ਹੈ, ਉਂਗਲੀ ਨਾਲ ਖਿਸਕਾਉਂਦਾ ਹੈ, ਪਰ ਸੱਚੇ ਪਾਤਸ਼ਾਹ ਨੇ ਇਹਦੇ ਨਾਲੋਂ ਔਚਿਤ ਤਰੀਕਾ ਸਾਨੂੰ ਸਮਝਾਇਆ ਹੈ ਕਿ ਸਵਾਸ ਤਾਂ ਆਉਂਦੇ ਹੀ ਹਨ, ਜੀਵਨ ਦਿੰਦੇ ਹਨ, ਤੇ ਪ੍ਰਭੂ ਦੀ ਮਰਜ਼ੀ ਨਾਲ ਪ੍ਰਭੂ ਹੀ ਨਿਸ਼ਚਾ ਕਰਦਾ ਹੈ ਕਿੰਨੇ ਹੋਰ ਆਉਣੇ ਹਨ, ਕਿੰਨੇ ਆ ਚੁੱਕੇ ਹਨ, ਕਿੰਨੇ ਸਮੇਂ ਬਾਅਦ। ਹਰ ਕਿਸੇ ਦਾ ਵੱਖਰਾ ਵੱਖਰਾ ਸਵਾਸ ਆਉਣ ਦਾ ਸਮਾਂ ਹੈ। ਕਿਸੇ ਨੂੰ ਘੰਟੇ ਦੇ ਵਿੱਚ ਵੱਧ ਆਉਂਦੇ ਹਨ, ਕਿਸੇ ਨੂੰ ਘੱਟ ਆਉਂਦੇ ਹਨ, ਪਰ ਦੋਨਾਂ ਦਾ ਜੀਵਨ ਨਿਰੰਤਰ ਚੱਲਦਾ ਹੈ। ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਪ੍ਰਾਣੀ ਇੱਕ ਇੱਕ ਸਵਾਸ ਨੂੰ ਮੋਕਸ਼ ਵੱਲ ਲੈ ਕੇ ਜਾ, ਵਡਮੁੱਲਾ ਬਣਾ ਲੈ, ਹਰ ਉੱਤੇ ਪ੍ਰਭੂ ਦਾ ਨਾਮ ਟਿਕਾ ਲੈ।
ਜਦੋਂ ਸਵਾਸ ਤੇਰੇ ਅੰਦਰ ਪ੍ਰਵੇਸ਼ ਕਰਦਾ ਹੈ, ਅੰਦਰ ਪ੍ਰਵੇਸ਼ ਕਰਵਾਉਣ ਵਾਲਾ ਆਪਣੀ ਮਰਜ਼ੀ ਨਾਲ ਭੇਜਦਾ ਹੈ, ਤੂੰ ਲਾਹਾ ਕਿਉਂ ਨਹੀਂ ਲੈਂਦਾ? ਵਾਹਿਗੁਰੂ ਵਾਹਿਗੁਰੂ ਕਿਉਂ ਨਹੀਂ ਕਹਿੰਦਾ? ਜਦੋਂ ਤੈਨੂੰ ਜੀਵਨ ਦੇ ਕੇ ਉਹ ਸਵਾਸ ਫਿਰ ਬਾਹਰ ਆਉਂਦਾ ਹੈ, ਫਿਰ ਕਿਉਂ ਨਹੀਂ ਦੁਹਰਾਉਂਦਾ? ਗੁਰੂ ਦੀ ਕਿਰਪਾ ਮੰਗ ਲੈ, ਪ੍ਰਭੂ ਅੱਗੇ ਜੋਦੜੀ ਕਰਦੇ, ਫਰਿਆਦ ਕਰਦੇ ਕਿ ਸੱਚੇ ਪਾਤਸ਼ਾਹ ਮੈਨੂੰ ਬਦਲ ਦੇ। ਹਰ ਸਵਾਸ ਸਵਾਸ ਤੇਰਾ ਨਾਮ ਲਵਾਂ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਇਸ ਪਦ ਦੇ ਵਿੱਚ ਮਿਹਰ ਕਰਦੇ ਹਨ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸੰਤੋ ਮਿੱਤਰੋ ਪਿਆਰਿਓ, ਸਾਧੂਓ, ਮਹਾਂਪੁਰਸ਼ੋ, ਉਹਦੀ ਮਹਿਮਾ ਦੇ ਗੁਣ ਗਾਓ। ਜਿਹਨੇ ਵੀ ਉਹਦਾ ਗੀਤ ਗਾਇਆ ਹੈ ਤੇ ਉਹਨੇ ਉਹਨੂੰ ਪਾਇਆ, ਉਹ ਮਿਹਰ ਕਰਦਾ ਹੈ, ਆਪਣੀ ਕਿਰਪਾ ਦੇ ਦਿੰਦਾ ਹੈ ਤੇ ਗਲ ਦੇ ਨਾਲ ਲਾ ਲੈਂਦਾ ਹੈ। ਪਰ ਪੂਰਾ ਮਨ ਝੋਕ ਦੇਵੋ, ਸਰਫਾ ਨਹੀਂ ਕਰਨਾ। ਉਹਦੀ ਕਿਰਪਾ ਮਹਾਨ ਹੈ। ਸਾਵਧਾਨ, ਪੂਰੇ ਚਤੰਨ ਹੋ ਕੇ, ਇਕਾਗਰ ਚੀਤ, ਆਪਣੇ ਮਨ ਨੂੰ ਟਿਕਾ ਕੇ, ਮਨ ਨੂੰ ਦੁਨੀਆ ਦੇ ਫੁਰਨਿਆਂ ਤੋਂ ਬਚਾ ਕੇ, ਅੱਖਾਂ ਨੂੰ ਮੁੰਦ ਕਰਕੇ, ਕੰਨਾਂ ਨੂੰ ਦੁਨੀਆ ਦੇ ਸ਼ੋਰ ਤੋਂ ਰੋਕ ਕੇ, ਕੁਝ ਪਲ ਉਹਦਾ ਗੀਤ ਗਾਓ ਤੇ ਉਹਦੀ ਵੱਜਦੀ ਹੋਈ ਧੁਨੀ ਨੂੰ ਸੁਣੋ ਤੇ ਉਹਦੀ ਮਹਿਮਾ ਉਸਤਤ ਕਰੋ। ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਸੁਖਮਣੀ ਸਾਹਿਬ ਬਾਣੀ, ਪ੍ਰਭੂ ਦਾ ਨਾਮ, ਪ੍ਰਭੂ ਦਾ ਜਸ, ਪ੍ਰਭੂ ਦੀ ਮਹਿਮਾ ਹੈ। ਇਹਦੇ ਵਿੱਚ ਰਾਮ ਹੈ, ਇਹਦੇ ਵਿੱਚ ਪ੍ਰਭੂ ਦੀ ਖੁਮਾਰੀ ਹੈ, ਉਹਦੀ ਕਿਰਪਾ ਹੈ। ਜਿਸ ਮਨ ਬਸੇ ਸੋਹਤ ਨਿਧਾਨ, ਜਿਹਦੇ ਮਨ ਦੇ ਵਿੱਚ ਬਾਣੀ ਬਸ ਜਾਂਦੀ ਹੈ, ਉਹਦੀ ਕਿਰਪਾ ਹੋ ਜਾਂਦੀ ਹੈ, ਉਹ ਧਨਾੜ ਹੋ ਜਾਂਦਾ ਹੈ। ਇੱਥੇ ਸੱਚੇ ਪਾਤਸ਼ਾਹ ਦੁਨੀਆ ਦੇ ਧਨਾਡਾਂ ਦੀ ਗੱਲ ਨਹੀਂ ਕਰਦੇ। ਉੱਥੇ ਗੁਰੂ ਦੀ ਕਿਰਪਾ ਨਹੀਂ, ਮਾਇਆ ਦੇ ਰਹਿਮ ਨਾਲ ਦੌਲਤ ਇਕੱਠੀ ਕੀਤੀ ਜਾਂਦੀ ਹੈ। ਇਨਸਾਨ ਨੂੰ ਹੋਰ ਪਾਸੇ ਵਿਗਾੜਿਆ ਜਾਂਦਾ ਹੈ, ਪ੍ਰਭੂ ਨਾਲੋਂ ਤੋੜਿਆ ਜਾਂਦਾ ਹੈ। ਮਾਇਆ ਮਾਲਕ ਬਣ ਜਾਂਦੀ ਹੈ, ਪ੍ਰਭੂ ਦਾ ਪਿਆਰਾ ਸਿੱਖ ਦਾਸ ਬਣ ਜਾਂਦਾ ਹੈ। ਉਹ ਵੀ ਮਾਇਆ ਦਾ ਦਾਸ। ਉਸ ਧਨਾੜ ਦੀ ਗੱਲ ਪ੍ਰੀਤਮ ਪਿਆਰੇ ਨਹੀਂ ਕਰ ਰਹੇ, ਉਹਦੀ ਕਰ ਰਹੇ ਹਨ ਜਿਹੜਾ ਹੁੰਦੇ ਹੋਏ ਵੀ, ਪਦਾਰਥ ਨਾਲ ਰੱਜਿਆ ਹੋਇਆ ਵੀ,
ਆਪਣੇ ਮਨ ਨੂੰ ਨੀਵਾਂ ਰੱਖਦਾ ਹੈ। ਸਬਰ ਸੰਤੋਖ ਦਾ ਖਜ਼ਾਨਾ ਹੈ। ਮਾੜਿਆਂ ਨਾਲ ਖੜਦਾ ਹੈ, ਗਰੀਬਾਂ ਦੀ ਸਹਾਇਤਾ ਕਰਦਾ ਹੈ। ਉਹ ਸੱਚਮੁੱਚ ਅਮੀਰ ਬਣ ਜਾਂਦਾ ਹੈ, ਧਨਾਢ ਬਣ ਜਾਂਦਾ ਹੈ। ਦਿਖਾਵਾ ਨਹੀਂ ਕਰਦਾ। ਉਹਨਾਂ ਵਿਚਾਰਿਆਂ ਉੱਤੇ ਆਪਣੇ ਆਪ ਨੂੰ ਦਿਖਾਉਂਦਾ ਨਹੀਂ, ਜਿਹੜੇ ਪਹਿਲਾਂ ਹੀ ਦਿਨ ਗਰੀਬੀ ਦੇ ਕੱਟ ਰਹੇ ਹਨ, ਲਾਚਾਰੀ ਦੇ ਵਿੱਚ ਪਲ ਰਹੇ ਹਨ। ਹਰ ਰੋਜ਼ ਦੇ ਭੋਜਨ ਦੀ ਚਿੰਤਾ ਹੈ। ਹੰਕਾਰੀ ਮਾਇਆ ਧਾਰੀ ਉਹਨਾਂ ਉੱਤੇ ਆਕੜ ਦਿਖਾਉਂਦਾ ਹੈ, ਉਹਨੂੰ ਜਲੀਲ ਕਰਦਾ ਹੈ। ਸੱਚੇ ਪਾਤਸ਼ਾਹ ਉਹਨੂੰ ਮਰਿਆ ਹੋਇਆ, ਉਹਨੂੰ ਬਹੁਤ ਗਰੀਬ ਕਹਿੰਦੇ ਹਨ। ਦੂਸਰੇ ਪਾਸੇ ਉਸ ਗਰੀਬ ਦਾ ਜਿਹੜਾ ਥੋੜ੍ਹੀ ਰੋਟੀ ਖਾ ਕੇ ਆਪਣੇ ਬੱਚਿਆਂ ਨੂੰ ਪਾਲਦਾ ਹੈ, ਜਿੰਨਾ ਮਿਲਿਆ ਉਹ 'ਤੇ ਸੰਤੁਸ਼ਟ ਹੈ, ਸਬਰ ਕਰਦਾ ਹੈ ਅਤੇ ਪ੍ਰਭੂ ਦਾ ਗੀਤ ਗਾਉਂਦਾ ਹੈ। ਪਾਤਸ਼ਾਹ ਉਹਨੂੰ ਸਭ ਤੋਂ ਅਮੀਰ ਗਿਣਦੇ ਹਨ, ਕਿਉਂਕਿ ਉਹਦੇ ਮਨ ਦੇ ਵਿੱਚ ਤੋਂ ਅਕਾਲ ਵਸ ਗਿਆ ਅਤੇ ਉਹ ਨਿਧਾਨ ਬਣ ਗਿਆ। ਜਿਸ ਮਨ ਬਸੇ ਸੋ ਹੋਤ ਨਿਧਾਨ, ਸਭ ਇੱਛਾ ਤਾਕੀ ਪੂਰਨ ਹੋਏ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਉਹਦੀ ਕੋਈ ਲੋੜ ਨਹੀਂ ਰਹਿ ਜਾਂਦੀ, ਲੋੜਾਂ ਤੋਂ ਰਹਿਤ ਬਣ ਜਾਂਦਾ ਹੈ। ਜਿਹੜੀ ਖੁਸ਼ੀ ਦੇ ਲਈ ਭੱਜਿਆ ਫਿਰਦਾ ਸੀ, ਉਹ ਬਨਾਵਟੀ ਸੀ। ਹੁਣ ਅਸਲੀ ਖੁਮਾਰੀ ਮਿਲ ਗਈ, ਪ੍ਰਭੂ ਦੇ ਕਿਰਪਾ ਵਾਲੀ, ਪ੍ਰਭੂ ਦੇ ਦਰਸ਼ਨਾਂ ਵਾਲੀ, ਅਤੇ ਹੁਣ ਉਹ ਫੁੱਲਿਆ ਨਹੀਂ ਸਮਾਉਂਦਾ। ਉਹ ਮੁਖੀਆ ਬਣ ਗਿਆ, ਉਹ ਪ੍ਰਗਟ ਹੋ ਗਿਆ। ਲੋਕਾਂ ਦੇ ਵਿੱਚ ਉਹਦੀ ਮਹਿਮਾ ਹੋ ਗਈ। ਲੋਕ ਉਹਨੂੰ ਧੰਨ ਧੰਨ ਕਹਿਣ ਲੱਗ ਪਏ। ਜਿਵੇਂ ਧੰਨ ਕਬੀਰ, ਧੰਨ ਕਬੀਰ, ਧੰਨ ਨਾਮਦੇਵ, ਧੰਨ ਨਾਮਦੇਵ। ਜਿੰਨੇ ਵੀ ਪਿਆਰੇ ਹੋਏ, ਜਿਨ੍ਹਾਂ ਨੇ ਪਾ ਲਿਆ, ਉਹ ਨਿਧਾਨ ਬਣ ਗਏ ਅਤੇ ਲੋਕਾਂ ਨੇ ਉਹਨਾਂ ਦਾ ਜਸ ਕੀਤਾ, ਉਹਨਾਂ ਦੀ ਮਹਿਮਾ ਕੀਤੀ। ਸਭ ਤੇ ਊਚ ਪਾਏ ਅਸਥਾਨ। ਗੁਰੂ ਪਿਆਰਿਓ, ਉਹਨਾਂ ਦਾ ਮਾਣ ਵੱਧ ਜਾਂਦਾ ਹੈ, ਉਹਨਾਂ ਦਾ ਸਤਿਕਾਰ ਉੱਚਾ ਹੋ ਜਾਂਦਾ ਹੈ। ਦੁਨੀਆ ਦੇ ਤਾਕਤਵਰ ਲੋਕ, ਸ਼ਕਤੀਸ਼ਾਲੀ ਨੇਤਾ, ਵੱਡੇ ਵੱਡੇ ਪੈਸੇ ਵਾਲੇ ਉਹਨਾਂ ਦੇ ਚਰਨਾਂ ਨੂੰ ਛੂਹਦੇ ਹਨ, ਉਹਨਾਂ ਦੇ ਚਰਨ ਸਪਰਸ਼ ਕਰਦੇ ਹਨ ਕਿ ਸ਼ਾਇਦ ਸਾਡੇ ਉੱਤੇ ਕਿਰਪਾ ਕਰ ਦੇਵੇ। ਇਹ ਬ੍ਰਹਮ ਹੈ, ਇਹ ਪ੍ਰਭੂ ਦਾ ਰੂਪ ਹੈ। ਪ੍ਰਭੂ ਦਾ ਰੂਪ, ਤੁਰਦਾ ਫਿਰਦਾ ਬ੍ਰਹਮ ਜੇ ਇੱਕ ਨਜ਼ਰ ਸਾਡੇ ਉੱਤੇ ਕਰ ਦੇਵੇ ਤਾਂ ਅਸੀਂ ਗੰਦਗੀ ਦੇ ਢੇਰ ਵਿੱਚੋਂ ਨਿਕਲ ਸਕਦੇ ਹਾਂ। ਇਸ ਤਰ੍ਹਾਂ ਦੁਨੀਆ ਉਹਨਾਂ ਦੇ ਚਰਨਾਂ ਨੂੰ ਦੌੜਦੀ ਹੈ। ਜਿਨ੍ਹਾਂ ਨੇ ਪਾ ਲਿਆ, ਉਹਨਾਂ ਨੂੰ ਇਹ ਮਾਣ ਨਹੀਂ ਚਾਹੀਦਾ। ਉਹ ਆਪਣੇ ਚਰਨ ਅੱਗੇ ਨਹੀਂ ਕਰਦੇ,
ਉਹ ਉਹਨਾਂ ਵਿਚਾਰਿਆਂ ਦੇ ਚਰਨ ਲੱਭਦੇ ਹਨ ਜਿਹੜੇ ਲੋੜਵੰਦ ਹਨ। ਉਹਨਾਂ ਦੇ ਘਰੀ ਨੰਗੇ ਪੈਰੀ ਤੁਰ ਕੇ ਜਾਂਦੇ ਹਨ, ਬੇਨਤੀ ਕਰਦੇ ਹਨ ਪ੍ਰਭੂ ਨੂੰ ਕਿ ਤੇਰੇ ਬਣਾਏ ਹਨ, ਸੱਚੇ ਪਾਤਸ਼ਾਹ ਇਹਨਾਂ ਉੱਤੇ ਮਿਹਰ ਕਰ। ਫਰਿਆਦਾਂ ਕਰਦੇ ਹਨ, ਬੇਨਤੀਆਂ ਕਰਦੇ ਹਨ। ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੇ ਆਵਣ ਜਾਣ। ਜਿਨ੍ਹਾਂ ਨੇ ਅਸਥਾਨ ਪਾ ਲਿਆ, ਪਦਵੀ ਉੱਚੀ ਹੋ ਗਈ, ਉਹਨਾਂ ਦਾ ਜੀਵਨ ਮਰਨ ਮੁੱਕ ਗਿਆ। ਉਹਨਾਂ ਨੂੰ ਮਾਤਾ ਦੇ ਗਰਭ ਦੇ ਵਿੱਚ ਆਉਣ ਦੀ ਲੋੜ ਨਹੀਂ। ਜਿੱਥੋਂ ਜੁਦਾ ਹੋਏ ਸੀ, ਜਿੱਥੋਂ ਵਿਛੜੇ ਸੀ, ਉਹਦੇ ਚਰਨਾਂ ਦੇ ਵਿੱਚ ਥਾਂ ਮਿਲ ਗਿਆ। ਹੁਣ ਬੇਫਿਕਰ ਹਨ, ਨਾ ਆਉਣ ਦਾ ਫਿਕਰ ਹੈ, ਨਾ ਜਾਣ ਦਾ ਫਿਕਰ ਹੈ। ਚਿੱਤ ਇਕਾਗਰ ਹੋ ਗਿਆ ਪ੍ਰਭੂ ਦੀ ਕਿਰਪਾ ਦੇ ਨਾਲ। ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ। ਉਹ ਬਾਜੀ ਲੈ ਗਏ ਜਿਨ੍ਹਾਂ ਉੱਤੇ ਕਿਰਪਾ ਹੋ ਗਈ, ਜਿਨ੍ਹਾਂ ਨੇ ਸੁਖਮਣੀ ਸਾਹਿਬ ਨੂੰ ਪੜ੍ਹਿਆ, ਜਿਨ੍ਹਾਂ ਨੇ ਵਿਚਾਰਿਆ, ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ ਤੇ ਆਪਣੇ ਮਨ ਦੀ ਪਰੇ ਸੁੱਟ ਦਿੱਤੀ, ਆਪਣਾ ਮਨ ਹੀ ਗੁਰੂ ਨੂੰ ਦੇ ਦਿੱਤਾ, ਆਪਣਾ ਆਪ ਹੀ ਅੱਗੇ ਢੇਰੀ ਕਰ ਦਿੱਤਾ। ਸੰਪੂਰਨ ਗੁਰੂ ਦੀ ਮਿਹਰ ਨਾਲ ਉਹ ਬਾਜੀ ਪ੍ਰਾਪਤ ਕਰ ਗਏ, ਨਾਮ ਦੀ ਦੌਲਤ ਲੁੱਟ ਕੇ ਲੈ ਗਏ, ਖੱਟੀ ਖੱਟ ਗਏ, ਸਦਾਗਰੀ ਰਾਸ ਆ ਗਈ। 13 ਦਾ ਸੌਦਾ ਚਲਾ ਗਏ। ਨਾਨਕ ਜਿਸੇ ਪ੍ਰਾਪਤ ਹੋਏ, ਜਿਹਦੀ ਮਿਹਰ ਦੇ ਨਾਲ ਸੱਚਾ ਸੌਦਾ ਕਰਨ ਦੀ ਕਿਰਪਾ ਹੋਈ, ਨਾਮ ਦਾ ਧਨ ਮਿਲਿਆ। ਉਸ ਅਕਾਲ ਪੁਰਖ ਦੇ ਨਾਂ ਦੇ ਨਾਲ ਨਾਮ ਦੀ ਵੈਲਥ, ਨਾਮ ਦਾ ਧਨ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। Sing the praise of the Lord, O friendly saints, with alertness and single-mindedness. Sukhmani Sahaj Gobind Gun Naam. In the Sukhmani are peace, Lord's praise and name. ਜਿਸ ਮਨ ਬਸੇ ਸੁਹੋਤ ਨਿਧਾਨ, he within whose mind it abides becomes wealthy. Wherever God gives the grace, that is the richest person on the planet. ਸਰਬ ਇੱਛਾ ਤਾਂ ਕੀ ਪੂਰਨ ਹੋਏ, all his desires are fulfilled. He became complete. ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। He becomes the most distinguished man and gets renowned in the entire world.
ਸਭ ਤੇ ਊਚ ਪਾਏ ਅਸਥਾਨ। He get the highest place in the world, above all। ਬਾਹਰ ਨਾ ਹੋਵੇ ਆਵਣ ਜਾਣ। His life cycle system is finished. No more take birth, no more dying. He does not come and go again and again. ਹਰ ਤਨ ਖਾਟ ਚਲੇ ਜਨ ਸੋਏ। Only few of them with grace who obtains name of Lord, who read Sukhmani, who think about Gurbani, they are the earners of God's name. They get all the divine wealth. They become rich. Now they are richest of richest with God's grace, because they open the account in God's kingdom. They are respected here and they will be respected there. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦੀ ਮਹਿਮਾ ਸੁਖਮਣੀ ਸਾਹਿਬ ਦੇ ਵਿੱਚ ਅਪਾਰ ਕੀਤੀ ਹੈ। ਪ੍ਰਭੂ ਦਾ ਗੁਣ ਗਾਇਆ ਹੈ। ਉਸ ਗੀਤ ਦਾ, ਉਸ ਮਹਿਮਾ ਦਾ, ਉਸ ਸ਼ਬਦ ਦਾ ਸੱਚੇ ਪਾਤਸ਼ਾਹ ਨੇ ਫਲ ਸਮਝਾਇਆ ਹੈ ਕਿ ਪ੍ਰਾਣੀ, ਤੇਰੇ ਕੋਲ ਦੋ ਰਸਤੇ ਹਨ। ਇੱਕ ਰਸਤਾ ਜਾਂਦਾ ਹੈ ਜਿੱਥੇ ਬਰਬਾਦੀ ਹੈ, ਜਿੱਥੇ ਸਾਰਾ ਕੁਝ ਮੁੱਕ ਜਾਂਦਾ ਹੈ। ਦੂਸਰਾ ਰਸਤਾ ਹੈ ਪ੍ਰਭੂ ਦੇ ਤੱਕ ਪਹੁੰਚਣ ਦਾ, ਜਿੱਥੇ ਤੂੰ ਕਦੇ ਮਰਦਾ ਹੀ ਨਹੀਂ, ਜੰਮਦਾ ਵੀ ਨਹੀਂ, ਹਮੇਸ਼ਾ ਦੇ ਲਈ ਅਮਰ ਪਦਵੀ ਪ੍ਰਾਪਤ ਕਰ ਲੈਂਦਾ ਹੈ। ਇਹ ਚੁਣਨਾ ਤੂੰ ਹੈ, ਸਿਲੈਕਸ਼ਨ ਤੇਰੇ ਕੋਲੋਂ ਆਉਣੀ ਹੈ, ਡਿਸਾਈਡ ਤੂੰ ਕਰਨਾ ਹੈ, ਚੋਇਸ ਵੀ ਤੇਰੀ ਹੈ। ਜੇ ਤੈਨੂੰ ਲਾਭ ਵਾਲਾ ਰਸਤਾ ਮਿਲ ਜਾਵੇ, ਘਾਟੇ ਨੂੰ ਛੱਡ ਦੇਵੇ, ਤਾਂ ਤੇਰੀ ਇਸ ਧਰਤੀ ਉੱਤੇ ਸਦਾਗਰੀ ਪੂਰੀ ਤਰ੍ਹਾਂ ਸਫਲ ਹੋ ਜਾਵੇਗੀ। ਤੇਰਾ ਮਿਸ਼ਨ ਟੂ ਦਿਸ ਅਰਥ, ਤੇਰਾ ਮਿਸ਼ਨ ਟੂ ਦਿਸ ਪਲੈਨਟ, ਤੇਰਾ ਮਿਸ਼ਨ ਆਫ ਹਿਊਮਨ ਬੀਇੰਗ ਕਾਮਯਾਬ ਹੋ ਨਿਬੜੇਗਾ। ਇਹਦੇ ਲਈ ਗੁਰੂ ਦੀ ਸਲਾਹ ਹੈ। ਤੈਨੂੰ ਗੁਰੂ ਦਾ ਇੱਕ ਸੰਦੇਸ਼ਾ ਹੈ ਕਿ ਤੂੰ ਮਿੱਤਰ ਬਣ ਕੇ ਮਹਾਂਪੁਰਸ਼ਾਂ ਦਾ, ਸਾਧੂਆਂ ਦਾ, ਉਹਦਾ ਕੀਰਤਨ ਕਰ ਤੇ ਕੀਰਤਨ ਸੁਣ। ਸੁਣਨਾ ਤੇ ਕਰਨਾ, ਫਿਰ ਵਿਚਾਰ। ਪੂਰੀ ਤਰ੍ਹਾਂ ਆਪਣੇ ਆਪ ਨੂੰ ਝੋਂਕ ਦੇ, ਆਪਣਾ ਮਨ, ਤਨ, ਧਨ ਕੁਰਬਾਨ ਕਰ ਦੇ। ਸੁਖਮਣੀ ਸਾਹਿਬ ਵਿੱਚ ਪ੍ਰੀਤਮ ਪਿਆਰੇ ਨੇ ਇਹ ਵਿਧੀ ਸਮਝਾਈ ਹੈ
ਜਿਹਨੇ ਸੁਖਮਣੀ ਸਾਹਿਬ ਨੂੰ ਪੜ੍ਹਿਆ ਹੈ, ਸੁਣਿਆ ਹੈ, ਵਿਚਾਰ ਕੀਤਾ ਹੈ, ਉਹ ਅਮੀਰਾਂ ਦਾ ਅਮੀਰ ਬਣ ਗਿਆ, ਧਨਾਡਾਂ ਦਾ ਧਨਾਡ ਬਣ ਗਿਆ। ਉਹ ਸੰਤੁਸ਼ਟ ਹੋ ਗਿਆ। ਦੁਨੀਆ ਦੀਆਂ ਤਮਾਮ ਖੁਸ਼ੀਆਂ ਉਹਨੂੰ ਮਿਲ ਗਈਆਂ, ਉਹਦੀਆਂ ਲਾਲਸਾਵਾਂ ਖਤਮ ਹੋ ਗਈਆਂ। ਹੁਣ ਉਹ ਨੀਡਲੈਸ, ਈਗੋਲੈਸ ਬਣ ਗਿਆ, ਕਿਉਂਕਿ ਸਾਰੀਆਂ ਦੀਆਂ ਸਾਰੀਆਂ ਖਾਹਿਸ਼ਾਂ ਉਹਦੀਆਂ ਪੂਰੀਆਂ ਹੋ ਗਈਆਂ। ਉਹਦਾ ਨਾਮ ਦੁਨੀਆ ਜਾਣਦੀ ਹੈ, ਕਿਉਂਕਿ ਉਹ ਭਗਤ ਪ੍ਰਗਟ ਹੋ ਗਿਆ। ਅਕਾਲ ਦੀ ਕਿਰਪਾ ਨਾਲ, ਵਾਹਿਗੁਰੂ ਦੀ ਮਿਹਰ ਨਾਲ ਉਹ ਗਿਣਤੀ ਦੇ ਵਿੱਚ ਆ ਗਿਆ। ਮਾਇਆ ਧਾਰੀਆਂ ਦੇ ਨਹੀਂ, ਗੁਰੂ ਦੇ ਪਿਆਰਿਆਂ ਦੀ ਗਿਣਤੀ ਦੇ ਵਿੱਚ, ਸੇਵਕਾਂ ਦੀ ਗਿਣਤੀ ਦੇ ਵਿੱਚ, ਦਾਸਾਂ ਦੀ ਗਿਣਤੀ ਦੇ ਵਿੱਚ ਉਹ ਪ੍ਰਗਟ ਹੋ ਗਿਆ। ਉਹਦੀ ਮਹਿਮਾ, ਉਹਦੀ ਉਸਤਤ, ਉਹਨੂੰ ਪ੍ਰਭੂ ਦਾ ਪਿਆਰਾ, ਪ੍ਰਭੂ ਦਾ ਦੁਲਾਰਾ ਸਮਝ ਕੇ ਲੋਕ ਉਹਦੇ ਚਰਨੀ ਢਹਿ ਪਏ, ਉਹਦੇ ਦਰਸ਼ਨ ਕਰਨ ਲੱਗੇ, ਕਿਉਂਕਿ ਉਹ ਪ੍ਰਭੂ ਦਾ ਰੂਪ ਬਣ ਗਿਆ। ਹੁਣ ਉਹਦਾ ਸਥਾਨ ਉੱਚਾ ਹੈ, ਉਹਦੀ ਪਦਵੀ ਸਤਿਕਾਰਯੋਗ ਹੈ, ਲੋਕਾਂ ਦਾ ਮਾਣ ਪ੍ਰਾਪਤ ਹੈ, ਲੋਕਾਈ ਦਾ, ਕਿਉਂਕਿ ਉਹ ਵੰਡਦਾ ਹੈ, ਵੰਡੀ ਜਾਂਦਾ ਹੈ, ਗੁਰੂ ਦੇ ਹੀ ਜਾਂਦਾ ਹੈ, ਉਹ ਵੰਡੀ ਜਾਂਦਾ ਹੈ, ਬੇਨਤੀਆਂ ਕਰੀ ਜਾਂਦਾ ਹੈ, ਦੁਨੀਆ ਦੇ ਦੁੱਖ ਦਰਦਾਂ ਨੂੰ ਹਟਾਉਂਦਾ ਹੈ, ਕੇਤੀ ਤਾਰਨ ਦੇ ਯੋਗ ਹੈ। ਹੁਣ ਉਹਦਾ ਆਉਣਾ ਜਾਣਾ ਵੀ ਮੁੱਕ ਗਿਆ, ਸਦੀਵੀ ਹੋ ਗਿਆ, ਅਮਰ ਹੋ ਗਿਆ, ਸਮੇਂ ਤੋਂ ਰਹਿਤ, ਲੋੜ ਤੋਂ ਰਹਿਤ, ਈਗੋ ਤੋਂ ਰਹਿਤ, ਸੰਤ ਬਣ ਗਿਆ, ਮਹਾਂਪੁਰਸ਼ ਬਣ ਗਿਆ। ਉਹਨੇ ਆਪਣੀ ਸਦਾਗਰੀ ਨਾਲ ਆਪਣੇ ਵਪਾਰ ਦੇ ਵਿੱਚ ਵਾਧਾ ਕਰ ਲਿਆ, ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ। ਹੁਣ ਉਹ ਨਾਮ ਦੇ ਨਾਲ ਭਰਪੂਰ ਹੈ, ਉਹਨੂੰ ਸ਼ਰਮ ਨਹੀਂ ਆਵੇਗੀ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠਦਿਆਂ, ਮਾਣ ਨਾਲ, ਸਤਿਕਾਰ ਨਾਲ। ਪ੍ਰਭੂ ਦੇ ਪਿਆਰੇ ਉਹਨੂੰ ਰਸਤਾ ਦਿਖਾਉਣਗੇ ਤੇ ਉਹਨੂੰ ਸਤ ਸੰਗ ਦੇ ਵਿੱਚ ਬਿਠਾਉਣਗੇ। ਮਹਾ ਆਨੰਦ ਦੀ ਪ੍ਰਾਪਤੀ ਤੇ ਉਹਦੇ ਕੰਨਾਂ ਦੇ ਵਿੱਚ ਅਨਹੱਤਾ ਸ਼ਬਦ ਬਜੰਤ ਭੇਰੀ, ਸ਼ਬਦ ਵੀ ਪਵਿੱਤਰ, ਪ੍ਰਭੂ ਦੀ ਬੀਨ ਵੀ ਪਵਿੱਤਰ, ਪ੍ਰਭੂ ਦੇ ਵਡਮੁੱਲੇ ਦਰਸ਼ਨ ਹਰ ਰੋਜ਼ ਕਰੇਗਾ। ਉਹ ਆ ਮਰ ਬਣ ਜਾਵੇਗਾ, ਆ ਮੁੱਕ ਬਣ ਜਾਵੇਗਾ ਗੁਰੂ ਦੀ ਕਿਰਪਾ ਨਾਲ। ਗੁਰੂ ਦੇ ਪਿਆਰਿਓ, ਅੱਜ ਇੰਨਾ ਹੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸੱਚੇ ਪਾਤਸ਼ਾਹ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।